अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਆਲੂ ਦੀ ਫਸਲ ਜਨਾਬ ਅਕਸਰ ਤੁਸੀਂ ਵੇਖਿਆ ਹੋਵੇਗਾ ਵੀ ਸੋਲੋ ਮਸ਼ੀਨ ਨਾਲ ਸਪਰੇਅ ਹੁੰਦਾ ਆ। ਅੱਜ ਆਪਾਂ ਤੁਹਾਨੂੰ ਵਿਖਾਉਣ ਲੱਗੇ ਜੀ ਮੇਰਾ ਕਜ਼ਨ ਹੈ ਹਕਨਵਾਜ਼ ਬਾਈ ਤੇ ਰੱਬ ਨਵਾਜ਼ ਬਾਈ ਤੇ ਉਸਤਾਦ ਅੱਲਾ ਦਿੱਤਾ ਤੇ ਇਹ ਜਨਾਬ ਟਰੈਕਟਰ ਨਾਲ ਸਪਰੇਅ ਕਰੂ ਨੂੰ ਤੇ ਆਲੂ ਦੀ ਫਸਲ ਦੇ ਬਾਰੇ ਇਹਨਾਂ ਕੋਲ ਜਾਣਕਾਰੀ ਲੈਣੇ ਤੇ ਪੁੱਛਣੇ ਵੀ ਹੁਣ ਕਿਹੜਾ ਸਪਰੇਅ ਕਰਨ ਲੱਗੇ ਨੇ ਤੇ ਕਿੰਨੇ ਸਪਰੇਆਂ ਦੀ ਜ਼ਰੂਰਤ ਹੁੰਦੀ ਹੈ ਤੇ ਫਸਲ कैसी खड़ी है वो भी दोनों विखाने हैं तो मजीद गपशप करने हैं। तो लगता है इस बारी किसान वीर भरावां दा आलू की फसल के बारे ब्लड प्रैशर ठीक रहेगा क्योंकि रेट हाली तो चंगा चलता पिया है। तो आओ चलिए गल करिए। तो मैं अपने वीर भरावां विखा लवां जी, यह आलू की फसल हैगी जी तो यह MF 385 तो इधर भी आलू खड़े ने और सामने मेरा कज़न रब नवाज भाई तो उस्ताद अल्लाह भी कज़न है जी, इन्हां दा वड्डा भाई ਇਹ ਬੈਠਾ ਜੀ ਉਸਤਾਦ ਅੱਲਾ ਤਾਂ ਫਿਲਟਰ ਸਾਫ਼ ਕਰਦਾ ਪਿਆ ਤੇ ਉਹ ਸਾਹਮਣੇ ਹੈਗਾ ਜੀ ਹਕਨਵਾਜ਼ ਬਾਈ ਜਾਣੀ ਪਛਾਣੀ ਸ਼ਖਸੀਅਤ ਤੇ ਇਹ ਸਪਰੇਅ ਪਿਆ ਹੈਗਾ ਜੀ ਦੋ ਕੁ ਕੰਪਨੀਆਂ ਦਾ ਲੱਗਦਾ ਮੈਨੂੰ ਬਰਲ ਵੇਖ ਲਵੇ ਤੇ ਇਹਦੇ ਬਾਰੇ ਮਾਲੂਮਾਤ ਲੈਣੇ ਆ ਰਬ ਨਵਾਜ਼ ਬਾਈ ਤੋਂ। ਰਬ ਨਵਾਜ਼ ਬਾਈ ਥੋੜਾ ਜਿਹਾ ਅੱਗੇ अस्सलाम वालेकुम जी। वालेकुम रब नवाਜ਼ ਕੀ ਹਾਲ ਹੈ ਤੇ ਫਸਲ ਤੁਹਾਡੀ ਵੇਖੀ ਆਲੂ ਦੀ ਮਾਸ਼ਾਅੱਲਾ ਸੋਹਣੀ ਖੜੀ ਅੱਲਾਹ ਤਾਲਾ ਤੁਹਾਡੇ ਨਸੀਬਾਂ 'ਚ ਕਰੇ ਤੇ ਜਿਸ ਤਰੀਕੇ ਮਾਰਕੀਟ 'ਚ ਰੇਟ ਚੱਲਦਾ ਪਿਆ ਹੈ ਉਮੀਦ ਹੈ ਵੀ ਤੁਹਾਡਾ ਤੇ ਬਾਕੀ ਕਿਸਾਨਾਂ ਦਾ ਵੀ ਬਲੱਡ ਪ੍ਰੈਸ਼ਰ ਠੀਕ ਰਹੇਗਾ। ਇਹ ਤੇ ਜੀ ਅਜੇ ਹੁਣ ਪੱਟਾਂਗੇ ਤਾਂ ਪਤਾ ਲੱਗੇਗਾ ਜੀ, ਅਜੇ ਲੋਕਾਂ ਦੇ ਸੁਣਦੇ ਪਏ ਕੀ ਪਤਾ ਕੀ ਬਣਦਾ ਹੈ ਜੀ। ਬਲੱਡ ਪ੍ਰੈਸ਼ਰ ਉਹਨਾਂ ਦਾ ਠੀਕ ਹੈ ਕਿਉਂਕਿ ਝਾੜ ਵੀ ਤਕਰੀਬਨ 60 65 ਵੀ ਨਿਕਲਦਾ ਪਈਆਂ ਨੂੰ, 40 ਵੀ ਨਿਕਲਦੀ ਪਈ ਹੈ, ਕਿਧਰੇ 30 ਵੀ ਨਿਕਲਦੀ ਪਈ ਹੈ। ਹਾਂਜੀ 25 ਬੋਰੀਆਂ ਵੀ 25 ਬੋਰੀਆਂ ਦੀ ਸ਼ੁਰੂ ਹੋਇਆ 25 ਬੋਰੀਆਂ ਕਿੱਲੇ ਦੀਆਂ ਨਿਕਲੀਆਂ ਸ਼ੁਰੂ ਹੋਈਆਂ ਨੇ ਤੇ 60 65 ਤੱਕ ਪਹੁੰਚ ਗਈ ਹੈ। ਇਹ ਮੈਨੂੰ ਦੱਸੋ ਵੀ ਆਪਾਂ ਆਪਣੀ ਜਿਹੜੀ ਫਸਲ ਹੈ ਆਲੂ ਦੀ ਆਪਾਂ ਕਿੰਨੇ ਦਿਨਾਂ ਬਾਅਦ ਪੱਟਾਂਗੇ? ਆਪਾਂ ਤਕਰੀਬਨ ਜੀ 90 ਕੁ ਦਿਨਾਂ ਬਾਅਦ ਪੱਟਾਂਗੇ। ਇਹ ਆਪਾਂ ਕੱਚੀ ਪਟਾਈ ਕਰਾਂਗੇ ਜਾਂ ਪੱਕੀ ਹੋਵੇਗੀ ਜਿਹੜੀ ਸਟੋਰ ਦੇ ਕਾਬਿਲ ਹੁੰਦੀ ਹੈ? ਇਹ ਜੀ ਹੈ ਜਿਹੜੇ ਕੋ 5-6 ਕਿੱਲੇ 7 ਕਿੱਲੇ ਕੱਚੇ ਪੱਟਾਂਗੇ, ਅੱਛਾ ਬਾਕੀ ਪੱਕੇ ਪੱਟਸਾਂ। ਬਾਕੀ ਪੱਕੇ ਪੱਟਾਂਗੇ। ਕੱਚੀ ਦਾ ਫਾਇਦਾ ਹੁੰਦਾ ਜਾਂ ਪੱਕੀ ਪਟਾਈ ਦਾ? ਜੀ ਰੇਟ ਚੰਗਾ ਹੋਵੇ ਤੇ ਕੱਚੀ ਦਾ ਵੀ ਫਾਇਦਾ ਹੁੰਦਾ ਜੀ। ਰੇਟ ਮੁੜ ਨਾ ਠੀਕ ਹੋਵੇ ਇਹੋ ਰੇਟ ਮੁੜ ਪੱਕਿਆਂ ਦਾ ਵੀ ਰਹੇ ਤੇ ਮੁੜ ਪੱਕੇ ਠੀਕ ਉਹਨਾਂ ਦੇ ਐਵਰੇਜ ਜ਼ਿਆਦਾ ਆਉਂਦੇ। ਸਹੀ। ਅੱਛਾ ਮੈਨੂੰ ਦੱਸ ਵੀ ਕਿੰਨੇ ਸਪਰੇਅ ਅੱਗੇ ਕਰ ਲੈਣ ਤਾਂ ਕਿੰਨਾ ਸਪਰੇਅ ਹੈ? ਹੁਣ ਮੇਰਾ ਖਿਆਲ ਹੈ ਦੂਸਰਾ ਤੀਸਰਾ ਕਰਦੇ ਪਏ। ਤੀਜਾ ਸਪਰੇਅ ਕਰਦੇ ਪਏ ਤੇ ਜਿਹੜੇ ਇਹ ਕਿੰਨੇ ਦਿਨਾਂ ਦੇ ਗਏ ਨੇ ਇਹ ਸਾਹਮਣੇ ਵਾਲੀ ਫੀਲਡ? ਇਹ ਤਕਰੀਬਨ 50 ਕੁ ਦਿਨਾਂ ਦੇ ਹੋ ਗਏ। 50 ਦਿਨਾਂ ਦੇ ਹੋ ਗਏ ਨੇ ਤੇ ਜਿਹੜੀ ਤੁਹਾਡੀ ਫੀਲਡ ਹੋਈ ਪਈ 70-75 ਦਿਨ ਵਾਲੀ ਉਹਨੇ ਕਿੰਨੇ ਸਪਰੇਅ ਕੀਤੇ ਨੇ? ਉਹਨੂੰ ਅਸੀਂ ਕੀਤੇ ਨੇ 4 ਸਪਰੇਅ। ਇਹ ਮਤਲਬ ਜਿਹੜੇ ਹੱਥ ਵਾਲੀ ਸੋਲੋ ਮਸ਼ੀਨ ਆਪਾਂ ਕਰਨੇ ਉਹ ਬਿਹਤਰ ਰਹੇਗਾ ਜਾਂ ਇਹ ਬਿਹਤਰ ਰਹੇਗਾ ਸਪੇਅਰ ਵਗੈਰਾ? ਉਹ ਜੇਕਰ ਬੰਦੇ ਤੋਂ ਹੋਣ ਤਾਂ ਉਹ ਵੀ ਠੀਕ ਹੈਗਾ। ਬੰਦੇ ਨਾ ਹੋਣ ਟਰੈਕਟਰ ਨਾਲ ਆਸਾਨੀ ਥੋੜਾ ਹੋ ਜਾਂਦਾ। ਇਹ ਕਿੰਨੇ ਕਿੱਲੇ ਕਰ ਜਾਂਦਾ ਹੈ? ਇਹ 3 ਕਿੱਲੇ 3.5 ਕਿੱਲੇ ਕਰ ਜਾਂਦਾ ਇੱਕ ਟੈਂਕ ਤੇ 5 ਕਿੱਲੇ ਕਰ ਲਈਏ। ਹਾਂਜੀ ਇਹ ਨਹੀਂ ਕਰਨ ਨੂੰ ਤਾਂ ਸਪਰੇਅ ਦੇ ਭਾਵੇਂ ਇਹਦਾ ਨਾ ਇੱਕ ਟੈਂਕ ਨਾਲ 5 ਕਿੱਲੇ ਕਰ ਲਈਏ। ਅੱਛਾ ਤੇ ਸਹੀ 3 3.5 ਤੇ ਸਹੀ ਹੁੰਦਾ। ਮਤਲਬ ਵੀ ਇੱਕ ਟੈਂਕ ਇਹਦੇ ਕਿੰਨੇ ਲੀਟਰ ਪਾਣੀ ਹੁੰਦਾ ਹੈ? ਇਹਦਾ 600 ਲੀਟਰ ਹੁੰਦਾ। 600 ਲੀਟਰ ਹੁੰਦਾ ਹੈ। ਇਹਦਾ ਵਾਇਆ ਕਿੰਨਾ ਹੈ? ਇਹਦਾ ਵਾਇਆ ਕਿੱਲੇ 4 ਫੇਰੇ ਆਉਂਦੇ ਨੇ, ਪਤਾ ਨਹੀਂ 50 ਫੁੱਟ ਉੱਤੇ 56 ਫੁੱਟ। ਅੱਛਾ 56 ਫੁੱਟ ਹੈ ਤੇ 4 ਫੇਰੇ ਆਉਂਦੇ ਤੇ ਇਹਨੂੰ ਮਤਲਬ ਤੁਸੀਂ ਇਹ ਬਾਲਟੀਆਂ ਨਾ ਪਾਉਂਦੇ ਪੈ ਜੇ? ਇਹ ਫਿਲਟਰ ਸਾਫ਼ ਕੀਤਾ ਨਾ ਥੱਲੋਂ तो पानी सारा मुक गया है। अच्छा तो हुन पांदे पे भी ओंदे ते अपड़िया सी तां छिकेगा। अच्छा फिर ट्रैक्टर ना खिंचांगे? हां जी ट्रैक्टर ब्रिज ऐसी ठीक हो गया। ਤੇ ਕਿਸਾਨ ਵੀਰ ਭਰਾ ਫਿਲਟਰ ਉਹਨਾਂ ਦਾ ਭਰ ਗਿਆ ਹੈ, ਆ ਥੱਲੇ ਸਿਸਟਮ ਲੱਗਿਆ ਹੋਇਆ ਤੇ ਹੁਣ ਟਰੈਕਟਰ ਨੂੰ ਸਟਾਰਟ ਕਰਨਗੇ ਤੇ ਫਿਰ ਆ ਜਿਹੜਾ ਟੈਂਕ ਭਰਿਆ ਜਿਹਾ ਸੀ ਫਿਰ ਤੁਹਾਨੂੰ ਪ੍ਰੈਕਟੀਕਲ ਵਿਖਾਣਾ ਹੈ ਜਨਾਬ ਹਕਨਵਾਜ਼ ਬਾਈ ਕਿਸੇ ਤਰੀਕੇ ਸਪਰੇਅ ਕਰਦੇ ਨੇ। ਹਕਨਵਾਜ਼ ਬਾਈ ਕਿਹੜੇ ਗੇਅਰ 'ਚ ਤੁਸੀਂ ਚਲਾਉਂਦੇ ਹੋ ਇਹਨੂੰ? ਅਸੀਂ ਚੌਥੇ ਵਿੱਚ। ਚੌਥੇ ਲੋਹੇ 'ਚ ਸਪਰੇਅ ਕਰਦੇ ਹੋ? ਚੌਥੇ ਵਿੱਚ। ਤੀਜੇ ਚੌਥੇ ਵਿੱਚ ਤੇ ਨਾਪ ਜਾਂਦੇ ਨੇ ਆਲੂ? ਨਾਪ ਜਾਂਦੇ ਨੇ ਜੀ ਠੀਕ ਹੋ। ਤੀਸਰੇ ਕਰੀਏ ਤੇ ਚੰਗੇ ਹੋਰ ਵੀ ਚੰਗੇ ਨਾਪਦੇ ਨੂੰ। ਤੀਜੇ 'ਚ ਹਾਂ ਮੋੜ ਕੋ ਥੋੜਾ ਜਿਹਾ ਰਹਿ ਜਾਂਦਾ, ਪੂਰੇ 3 ਕਿੱਲੇ ਵੀ ਨਹੀਂ ਹੁੰਦੇ। ਅੱਛਾ ਇਹ ਕਰੀਏ ਤਾਂ ਚੌਥੇ ਵਿੱਚ ਕਰੀਏ ਤੇ ਯੇਰੀ ਬਾਅਦ ਜਾਂਦਾ ਹੈ। ਸਹੀ ਮੋੜ ਸਪੀਡ ਤੇਜ਼ ਹੋ ਜਾਂਦੀ ਹੈ। ਹੋ ਜਾਂਦੀ ਹੈ। ਓਕੇ ਹੋ ਗਿਆ। ਤੇ ਇਹ ਹੁਣ ਦੋਸਤੋ ਸਟਾਰਟ ਹੋ ਗਿਆ ਹੈ ਤੇ ਉਹ ਚੱਲ ਪਿਆ ਪੰਪ ਇਹਦਾ ਆ ਗਿਆ ਹੈ ਹੁਣ ਚੁੱਕਿਆ ਗਿਆ। ਲਓ ਜੀ ਨਜ਼ਦੀਕ ਹੋ ਕੇ ਵਿਖਾਈਏ ਆਪਣੇ ਵੀਰ ਭਰਾਵਾਂ ਨੂੰ। ਤੇ ਕਿਸਾਨ ਵੀਰ ਭਰਾ ਜਿਉਂ ਹੀ ਮੁਕੰਮਲ ਹੁੰਦਾ ਹੈ ਪਾਣੀ ਫਿਰ ਆਪਾਂ ਚੱਲਨੇ ਜਨਾਬ ਸਿੱਧਾ ਫੀਲਡ ਵਿੱਚ ਤੇ ਪ੍ਰੈਕਟੀਕਲ ਤੁਹਾਨੂੰ ਵਿਖਾਣੇ ट्रैक्टर में किस तरीके स्प्रे होंगे
ਤੇ ਫਾਇਦਾ ਜਿਹੜਾ ਹੈ ਨਾ ਟਰੈਕਟਰ ਨਾਲ ਵੀ ਜ਼ਿਆਦਾ ਜੇ, ਬਲਕਿ ਮੈਂ ਨਾ ਵੀ ਸਪੇਅਰ ਨਾਲ ਜ਼ਿਆਦਾ ਫਾਇਦਾ ਹੈ। ਆਮ ਜਿਹੜੀ ਆਪਾਂ ਸੋਲੋ ਕਰਨੀ ਇਹਨੇ ਉੱਤੋਂ ਨਵਾਉਣਾ ਹੁੰਦਾ ਹੈ, ਉਹ ਪ੍ਰੈਸ਼ਰ ਨਾਲ ਬਸ ਜਿਵੇਂ ਹਵਾ ਵੱਜਦੀ ਹੈ ਉਸੇ ਤਰੀਕੇ ਕਰਦੇ ਨੇ। ਜਿਹੜਾ ਸਪਰੇਅ ਕਰਨ ਵਾਲਾ ਹੈ ਉਹ ਸੋਲੋ ਉਹਨੂੰ ਸਪੀਡ ਨਾਲ ਅੱਗੇ ਧੱਕੀ ਜਾਂਦੀ ਹੈ ਤੇ ਉਹ ਬਸ ਮੁਕਾਉਣ ਵਾਲੀ ਕਰਦਾ ਹੈ। ਤੇ ਜ਼ਿਆਦਾ ਜਿਹੜਾ ਫਾਇਦੇਮੰਦ ਸਪੇਅਰ ਹੀ ਹੈ। ਅਗਰ ਸਪੇਅਰ ਨਹੀਂ ਹੈਗਾ ਤਾਂ ਫਿਰ ਤੁਸੀਂ ਸੋਲੋ ਨਾਲ ਵੀ ਕਰ ਸਕਦੇ ਹੋ। ਇਹ ਹੁਣ ਸਪਰੇਅ ਜਿਹੜਾ ਹੈ ਇਹ ਗੋਲਦਾ ਪਿਆ ਜੀ। ਇਹ ਹੁਣ ਕਿਸ ਚੀਜ਼ ਦਾ ਸਪਰੇਅ ਆਪਾਂ ਕਰਦੇ ਪਏ ਹਾਂ? ਬਲਾਸਟ ਦਾ, ਕਿਸ ਚੀਜ਼ ਦਾ? ਇਹ ਹੈ ਜੀ ਬਲਾਸਟ ਦਾ। ਗਰੋਥ ਵਾਸਤੇ। ਹਾਂਜੀ, ਗਰੋਥ ਵਾਸਤੇ। ਗਰੋਥ ਵਾਸਤੇ ਜੀ। ਰਵਨਵਾਦ ਬਈ, ਆਖਰੀ ਸਵਾਲ, ਖਾਦ ਖੁਰਾਕ ਕਦੋਂ ਬੰਦ ਕਰਨੀ ਹੈ? ਕਿੰਨੇ ਦਿਨਾਂ ਦੇ ਆਲੂ ਹੋ ਜਾਵਣ ਤੇ ਪਾਣੀ ਬੰਦ ਕਰਨਾ ਹੈ, ਖਾਦ ਖੁਰਾਕ ਬੰਦ ਕਰਨੀ ਹੈ, ਤਾਂ ਕਿ ਜਿਹੜੇ ਨਵੇਂ ਕਾਸ਼ਤਕਾਰ ਨੂੰ ਮੇਰੇ ਵਰਗੇ ਸਾਨੂੰ ਪਤਾ ਚੱਲ ਜਾਵੇ। ਇਹ ਜਿਹੜੀ ਇਹਨਾਂ ਦੀ ਇਸ ਤਰ੍ਹਾਂ ਖਾਦ ਜੀ, ਇਹ ਤਾਂ 55 ਦਿਨਾਂ ਦੇ ਵਿੱਚ ਪੂਰੀ ਕਰਨੀ ਚਾਹੀਦੀ ਜੀ ਠੀਕ ਹੈ। ਤੇ ਜਿਹੜਾ ਸਪਰੇਅ ਹੈ ਉਹ ਤਕਰੀਬਨ 65-70 ਦਿਨਾਂ ਦੇ ਵਿੱਚ ਤੁਸੀਂ ਕਰ ਲਓ ਮੁਕੰਮਲ। ਉਹ ਤੋਂ ਤੇ ਬਾਅਦ ਪੋਟਾਸ਼? ਇਹ ਪੋਟਾਸ਼ 55 ਦਿਨਾਂ ਦਾ ਲਾਉਣੀ ਹੈ। ਪੋਟਾਸ਼ ਤੇ ਐਂਡ ਹੋ ਜਾਂਦਾ ਹੈ। ਪੋਟਾਸ਼ ਤੇ ਯੂਰੀਆ ਖਤਮ, end ਆ। ਉਸ ਤੋਂ ਬਾਅਦ ਪੋਟਾਸ਼ ਲਾਉਣ ਦੀ ਲੋੜ ਕੋਈ ਨਹੀਂ? ਨਹੀਂ, ਯੂਰੀਆ ਲਾਉਣ ਦੀ ਵੀ ਲੋੜ ਨਹੀਂ। ਅੱਛਾ, ਇਹ ਹੁਣ ਮੈਨੂੰ ਦੱਸੋ ਵੀ ਆਖਰੀ ਪਾਣੀ ਜਿਹੜਾ ਹੈ ਵੀ ਹੁਣ ਮੈਂ ਪਾਣੀ ਨਹੀਂ ਲਾਉਣਾ, ਉਹ ਕਿੰਨੇ ਦਿਨ ਦੇ ਹੋ ਜਾਵਣ ਤੇ ਫਿਰ ਬੰਦ ਕਰਨਾ ਹੈ? ਉਹ ਤਾਂ ਮੌਸਮ ਨਾਲ ਹੈ ਨਾ, ਜੋ ਬੁੰਦਾ ਪਵਣ ਲੱਗ ਹੋ ਸਕਦਾ ਤੇ ਇੱਕ ਦੋ ਪਾਣੀ ਲੈ ਲਵਾਂਗੇ। ਜੇਕਰ ਮੌਸਮ ਇਸ ਤਰ੍ਹਾਂ ਖੁਸ਼ਕ ਰਵੇ ਤੇ ਮੋੜ ਜਿਹੜਾ ਨਾ ਕੋਈ 1-2 ਪਾਣੀ ਵੱਧ ਲਾਵਾਂਗੇ। ਇਹ ਤਾਂ ਨਦੀਮ ਬਾਈ ਕਹਿ ਰਹੇ ਸਨ ਵੀ ਅਸੀਂ 75 ਦਿਨ ਦੇ ਆਲੂ ਹੋ ਗਏ ਨੇ, ਅਸੀਂ ਬੰਦ ਕਰ ਦਿੱਤਾ ਪਾਣੀ। ਹਾਂ, ਉਹ ਬੰਦ ਕਰ ਦਿੱਤਾ ਕਿ 75 ਦਿਨ ਦਾ ਬੰਦ ਕਰ ਦੇਣਾ ਚਾਹੀਦਾ ਆਖਰੀ ਪਾਣੀ ਲਾ ਤੇ। ਠੀਕ ਹੋ ਗਿਆ। ਲਓ ਜੀ, ਉਸਤਾਦ ਲੱਦਾ ਸਾਹਿਬ ਜਿਹੜੇ ਨੇ ਟੈਂਕ ਭਰ ਕੇ ਆ ਗਏ ਨੇ ਤੇ ਆਪਾਂ ਹੁਣ ਚੱਲਨੇ ਜਨਾਬ, ਤੇ ਪਹੁੰਚ ਗਏ ਜਨਾਬ। ਆਟੋਮੈਟਿਕ ਤਾਂ ਸਪੇਅਰ ਨਹੀਂ ਹੈਗਾ, ਇਹਨੂੰ ਹੱਥ ਨਾਲ ਹੀ ਖਿਲਾਰਾ ਕਰਨਾ ਪਵੇਗਾ। ਤੇ ਪਹਿਲੇ ਦੇ ਨਿਸ਼ਾਨ ਬਣੇ ਹੋਏ ਨੇ ਇਹ ਰਸਤੇ ਜਿੱਥੋਂ ਇਹਨੇ ਗੁਜ਼ਰਨਾ ਹੈ, ਤੇ ਲਾਈਨ ਮੇਰਾ ਖਿਆਲ ਹੈ 5 ਕਿੱਲੇ ਦੀ। ਲੈ ਵੀ ਦੋਸਤੋ, ਚਲਾ ਵੀ ਜਾਵੇਗਾ ਤੇ ਵਾਪਸ ਵੀ ਆ ਜਾਵੇਗਾ। ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਸ ਤਰੀਕੇ ਉਹ ਕਹਿੰਦੇ ਨੇ ਵੀ 3 ਕਿੱਲਿਆਂ ਇੱਕ ਟੈਂਕ ਨਾਲ 3 ਕਿੱਲੇ ਹੋ ਜਾਂਦਾ ਹੈ। 4 ਵੀ ਹੋ ਜਾਂਦਾ ਹੈ, 3 ਵੀ ਤੇ 4 ਵੀ, ਤੇ ਫੇਰੇ ਆਉਂਦੇ ਨੇ ਜਨਾਬ 4। ਇਹ ਹੁਣ ਚੈੱਕ ਕਰ ਲਓ। ਥੋੜੇ ਪਿੱਛੇ ਹੋ ਜਾਵੇ ਉਸਤਾਦ, ਜਿਹੜਾ ਗੁੱਸੇ 'ਚ ਨਾ ਆ ਜਾਵੇ। ਇੱਥੇ ਵੀਡੀਓ ਚੱਲ ਗਿਆ ਤੇ ਆਸਤਾ ਆਸਤਾ ਪ੍ਰੈਸ਼ਰ ਬਣਨਾ ਸ਼ੁਰੂ। ਇੰਨੇ ਨਜ਼ਾਰੇ, ਕੋਈ ਪੌਦਾ ਰਵੇਗਾ ਨਹੀਂ। ਜ਼ਬਰਦਸਤ ਜੀ, ਕਮਾਲ ਦੀ ਪਰਫਾਰਮੈਂਸ। ਆਵਾਜ਼ ਦੇ ਰੁੱਖ ਦਾ ਵੀ ਉਹਨਾਂ ਤਯਨ ਕੀਤਾ ਹੈ। ਪਰਲੇ ਪਾਸੇ ਆਵਾਜ਼ ਆ ਰਹੀ ਹੈ ਹਲਕੀ ਹਲਕੀ, ਤੇ ਪਰਲੀ ਸਾਈਡ ਤੋਂ ਸ਼ੁਰੂ ਹੋ ਗਿਆ ਜੀ। ਇੱਕ ਟੈਂਕ ਦੇ ਨਾਲ ਅਗਰ ਗੇਅਰ ਤੁਸੀਂ ਕਰੋਗੇ ਤੀਸਰਾ ਇਸਤੇਮਾਲ ਤਾਂ 3 ਕਿੱਲੇ ਤਕਰੀਬਨ ਹੋ ਜਾਵੇਗਾ। ਅਗਰ ਚੌਥਾ ਕਰੋਗੇ ਤਾਂ ਫਿਰ 3.25-4 ਕਿੱਲੇ ਵੀ ਹੋ ਸਕਦੇ ਨੇ। ਇੱਥੋਂ ਅੱਗੋਂ ਜਨਾਬ ਖਾਲਾ ਹੈਗਾ, ਜਿਹਦੀ ਵਜ੍ਹਾ ਨਾਲ ਅੱਗੇ ਜਵਾਨ ਚੜ੍ਹ ਗਏ ਨੇ, ਤਾਂ ਕਿ ਖਾਲੇ ਤੋਂ ਇਸ ਦੀ ਆਸਾਨੀ ਨਾਲ ਕ੍ਰਾਸਿੰਗ ਹੋ ਸਕੇ। ਅਨੇਰ ਗੁਲਾਈ ਆਉਂਦਾ ਬਈ। ਤੇ ਹੁਣ ਮੈਨੂੰ ਤਾਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼।
ਪਾਕਿਸਤਾਨ ਜ਼ਿੰਦਾਬਾਦ।